ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਨਵਜੀਤ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪਨੋਈ ਦੇ ਸਵਾਗਤ ਦੇ ਨਾਲ। ਪਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਪਨੂ ਸਾਹਿਬ, ਅਮਰੀਕਾ ਤੇ ਦੋਸ਼ ਲੱਗਿਆ ਜਸੂਸੀ ਦੇ, ਆਪਣੇ ਦੇਸ਼ਾਂ ਨੂੰ ਵੀ ਨਹੀਂ ਬਖਸ਼ਿਆ, ਕਈ ਦੋਸਤ ਹੈ, ਇਹ ਕੀ ਕਾਰਨ ਹੈ? ਗੱਲ ਇਹ ਹੈ ਨਵਜੀਤ ਜੀ, ਜਿਹੜੇ ਅਮਰੀਕਾ ਵਾਲੇ ਆ ਉਹਨਾਂ 'ਚ ਸੁਪਰ ਪਾਵਰ ਹੋਣ ਦੀ ਧੌਂਸ, ਹੰਕਾਰ ਇਹ ਬਹੁਤ ਜ਼ਿਆਦਾ, ਉਹਦਾ ਕਰਕੇ ਉਹ ਬਾਕੀ ਦੇਸ਼ਾਂ ਨੂੰ ਟਿੱਚ ਸਮਝਦੇ ਆ ਜੀ। ਜਿਨ੍ਹਾਂ ਨਾਲ ਵਿਰੋਧ ਹੈ ਉਹਨਾਂ ਬਾਰੇ ਤਾਂ ਬਹੁਤ ਕੁਝ ਆਖਣਾ ਹੀ ਆਖਣਾ। ਜਿਹੜੇ ਉਹਨਾਂ ਦੇ ਮਿੱਤਰ ਦੇਸ਼ ਆ ਉਹਨਾਂ ਦੀ ਖਾਤਰ ਵਰਦੀ ਦੇ ਬੁੱਥੇ ਆਪਣੀਆਂ ਫੌਜਾਂ ਵੀ ਜੰਗਾਂ 'ਚ ਝੋਕਣ ਨੂੰ ਤਿਆਰ ਨੇ ਜੀ। ਲਿਹਾਜ਼ ਉਹਨਾਂ ਦਾ ਵੀ ਨਹੀਂ ਕਰਦੇ। ਜਦੋਂ ਵਿਕੀਲੀਕਸ ਦੇ ਖੁਲਾਸੇ ਹੋਏ ਉਦੋਂ ਪਤਾ ਲੱਗਾ ਕਿ ਉਹਨਾਂ ਦਾ ਰਾਸ਼ਟਰਪਤੀ ਨਿਕਸਨ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਸਤੇ ਕਿੰਨੇ ਗੰਦੇ ਲਫ਼ਜ਼ ਵਰਤਾ ਰਿਹਾ ਸੀ, ਮੈਂ ਉਹ ਦੱਸ ਨਹੀਂ ਸਕਦਾ ਇੱਥੇ ਜੀ। ਉਹਨਾਂ ਨੇ ਕੋਡ ਵਰਡ ਜਿਹੜੇ ਰੱਖੇ ਸੀ ਇੰਦਰਾ ਗਾਂਧੀ ਵਾਸਤੇ ਵੀ, ਬਾਕੀ ਲੀਡਰਾਂ ਵਾਸਤੇ ਵੀ ਬਹੁਤ ਭੈੜੇ ਭੈੜੇ ਰੱਖੇ ਸੀ, ਅਤੇ ਉਹ ਸਾਰੇ ਲੀਡਰ ਆਪੋ ਆਪਣੇ ਦੇਸ਼ਾਂ 'ਚ ਰਿਸਪੈਕਟਡ ਸਨ, ਇੱਜ਼ਤਦਾਰ ਸਨ। ਫਿਰ ਉਹ ਖੁਲਾਸੇ ਥੋੜ੍ਹੇ ਜਿਹੇ ਅੱਗੇ ਵਧੇ। ਬਾਅਦ ਵਿੱਚ ਪਤਾ ਲੱਗਾ ਕਿ ਅਮਰੀਕਾ ਆਪਣੇ ਜਿਹੜੇ ਮਿੱਤਰ ਦੇਸ਼ ਆ ਉਹਨਾਂ ਦੇ ਹਾਕਮਾਂ ਦੇ ਖਿਲਾਫ ਵੀ ਜਸੂਸੀ ਕਰਾਉਂਦਾ ਰਿਹਾ, ਅਤੇ ਉਹਨਾਂ ਦੇ ਵੀ ਅਸਲੀ ਨਾਂ ਲੈਣ ਦੇ ਬਜਾਏ ਗਲਤ ਨਾਂ ਰੱਖੇ ਹੋਏ ਸੀ। ਜਿਹੜੇ ਉਹਦੇ ਨੇੜਲਿਆਂ ਨੂੰ ਪਤਾ ਹੁੰਦਾ ਸੀ, ਰਾਸ਼ਟਰਪਤੀ ਦਿਆਂ ਨੂੰ ਜੀ, ਕਿਸੇ ਬਾਹਰਲੇ ਨੂੰ ਪਤਾ ਨਹੀਂ ਸੀ ਹੁੰਦਾ, ਪਰ ਨਾਂ ਉਹ ਘਟੀਆ ਹੁੰਦੇ ਸੀ। ਜੇ ਤੂੰ ਕਿਸੇ ਦਾ ਨਾਮ ਹੀ ਕੋਡ ਵਰਡ ਵੀ ਰੱਖਣਾ, ਉਹ ਤੁਸੀਂ ਕਿਸੇ ਦਾ ਕੋਈ ਪਰਿੰਦਾ ਰੱਖ ਲਓ, ਕੋਈ ਤੋਤਾ ਰੱਖ ਲਓ, ਕੋਈ ਮੋਰ ਰੱਖ ਲਓ, ਕੁੱਤਿਆਂ, ਬਿੱਲੀਆਂ, ਬਘਿਆੜਾਂ ਅਤੇ ਉੱਲੂਆਂ ਵਾਲੇ ਨਾਂ ਰੱਖੇ ਜਾਂਦੇ ਸੀ। ਇਹ 'ਚ ਉਹਨਾਂ ਦੀ ਨਫ਼ਰਤ ਝਲਕਦੀ ਸੀ। ਉਦੋਂ ਬਹੁਤ ਰੌਲਾ ਪੈ ਗਿਆ। ਰੌਲਾ ਪੈਣ ਤੋਂ ਬਾਅਦ ਫਿਰ ਇਹ ਅਮਰੀਕਾ ਵਾਲਿਆਂ ਨੇ ਆਖਿਆ ਕਿ ਸਾਡੇ ਤੋਂ ਕੋਈ 20 ਸਾਲ ਪਹਿਲਾਂ, ਕੋਈ 30 ਸਾਲ ਪਹਿਲਾਂ, ਕੋਈ 40 ਸਾਲ ਪਹਿਲਾਂ ਜੇ ਕਿਸੇ ਨੇ ਇਹ ਨਾਂ ਰੱਖੇ ਆ ਅਤੇ ਸਾਡਾ ਤਾਂ ਕਸੂਰ ਨਹੀਂ, ਉਹ ਤਾਂ ਬੰਦੇ ਹੁਣ ਜਿਉਂਦੇ ਨਹੀਂ। ਅਸੀਂ ਮੁਆਫੀ ਮੰਗ ਸਕਦੇ ਹਾਂ ਕਿ ਉਹਨਾਂ ਦੇ ਵਕਤ ਜੋ ਕੁਝ ਹੋਇਆ ਠੀਕ ਨਹੀਂ ਹੋਇਆ, ਗਲਤ ਹੋਇਆ। ਇਹ ਤੋਂ ਬਾਅਦ ਅਸੀਂ ਕੁਝ ਕਰ ਨਹੀਂ ਸਕਦੇ। ਅੱਗੇ ਤੋਂ ਇਹ ਨਹੀਂ ਹੋਵੇਗਾ। 1 ਸਾਲ ਬਾਅਦ ਖੁਲਾਸੇ ਹੋਏ ਕਿ ਅਜੇ ਵੀ ਉਹ ਕੁਝ ਚੱਲਦਾ ਜੀ। ਇਹਦੇ ਵਿੱਚ ਜਰਮਨੀ ਦੀ ਜਿਹੜੀ ਚਾਂਸਲਰ ਆ ਉਹ ਰਾਸ਼ਟਰਪਤੀ ਦੇ ਬਰਾਬਰ ਹੁੰਦੀ, ਐਂਜਲਾ ਮਾਰਕਲ। ਉਹਦੇ ਖਿਲਾਫ ਇਸੇ ਕਿਸਮ ਦੀਆਂ ਗੱਲਾਂ ਕੀਤੀਆਂ ਗਈਆਂ। ਉਹਨੇ ਇਸ ਗੱਲ ਦਾ ਬੁਰਾ ਵੀ ਮਨਾਇਆ। ਫਿਰ ਉਹਨੇ ਆਖਿਆ ਕਿ ਮੈਨੂੰ ਆਸ ਹੈ ਅਮਰੀਕਾ ਵਾਲੇ ਇਸ ਗੱਲ ਤੋਂ ਹੁਣ ਸੁਧਰ ਜਾਣਗੇ। ਹੁਣ ਨਵੀਂ ਗੱਲ ਹੋਈ ਹੈ, ਡੈਨਮਾਰਕ ਦੇ ਵਿੱਚੋਂ ਉੱਥੋਂ ਦੇ ਇੱਕ ਚੈਨਲ ਨੇ ਰਿਪੋਰਟ ਕੱਢੀ ਹੈ, ਅਤੇ ਉਹਨਾਂ ਨੇ ਉਸ ਰਿਪੋਰਟ ਨੂੰ ਪੇਸ਼ ਕਰਨ ਤੋਂ ਪਹਿਲਾਂ ਯੂਰਪ ਦੇ 5-7 ਹੋਰ ਜਿਹੜੇ ਵਿਕਸਿਤ ਦੇਸ਼ ਆ ਉੱਥੋਂ ਦੇ ਮੀਡੀਆ ਨਾਲ ਰਲ ਕੇ ਰਿਪੋਰਟ ਬਣਾਈ ਹੈ। ਅਤੇ ਉਹ ਰਿਪੋਰਟ ਇਹ ਕਹਿੰਦੀ ਹੈ ਕਿ ਪਿਛਲੇ ਸਮੇਂ 'ਚ ਡੈਨਮਾਰਕ ਦੀ ਜਿਹੜੀ ਸਿਕਿਉਰਿਟੀ ਦੀ ਸਭ ਤੋਂ ਵੱਡੀ ਏਜੰਸੀ ਆ ਜੀ, ਉਹਨਾਂ ਨੇ ਆਪਣਾ ਜਿਹੜਾ ਇੰਟਰਨੈਟ ਹੈ ਉਹਦੀ ਐਕਸੈਸ ਦਿੱਤੀ ਅਮਰੀਕਾ ਵਾਲਿਆਂ ਨੂੰ, ਤਾਂ ਕਿ ਉਹਦੇ ਵਿੱਚੋਂ ਬਾਕੀ ਲੀਡਰਾਂ ਦੇ ਪਾਸਵਰਡ ਚੁਣ ਸਕਣ, ਉਹਨਾਂ ਸਾਰਿਆਂ ਨੂੰ ਵਰਤ ਸਕਣ। ਔਰ ਉਹ ਸਾਰੇ ਲੀਡਰ ਯੂਰਪ ਦੇ ਸਨ। ਹੁਣ ਯੂਰਪ ਦੇ ਵਿੱਚੋਂ ਬਰਤਾਨੀਆ ਵਾਲੇ ਅਮਰੀਕਾ ਨਾਲ ਮਿਲ ਕੇ ਚੱਲਦੇ ਆ, ਜਰਮਨੀ ਵਾਲੇ, ਫਰਾਂਸ ਵਾਲੇ, ਡੈਨਮਾਰਕ ਵਾਲੇ, ਇਹ ਸਾਰੇ ਅਮਰੀਕਾ ਨਾਲ ਮਿਲ ਕੇ ਚੱਲਦੇ ਜੀ। ਇਹਦਾ ਮਤਲਬ ਕਿ ਅਮਰੀਕਾ ਦਾ ਰਾਸ਼ਟਰਪਤੀ ਨਿਕਸਨ ਹੋਵੇ ਜਾਂ ਰੀਗਨ, ਬੁਸ਼ ਹੋਵੇ ਜਾਂ ਓਬਾਮਾ, ਟਰੰਪ ਹੋਵੇ ਜਾਂ ਬਾਈਡਨ, ਲੀਡਰ ਬਦਲਦੇ ਆ, ਨੀਤੀਆਂ ਨਹੀਂ ਬਦਲਦੀਆਂ। ਇਹਨਾਂ ਦੀਆਂ ਨੀਤੀਆਂ ਦੇ ਵਿੱਚ ਜਿਹੜੀ ਇਹ ਸਰਦਾਰੀ ਝਲਕਦੀ ਹੈ ਕਿ ਅਸੀਂ ਸਾਰੀ ਦੁਨੀਆ ਦੇ ਠਾਣੇਦਾਰ ਹਾਂ ਜੀ, ਉਹਨੇ ਇਹਨਾਂ ਦੀਆਂ ਆਦਤਾਂ ਇੰਨੀਆਂ ਵਿਗਾੜੀਆਂ ਨੇ ਕਿ ਇਹਨਾਂ ਸੁਧਰਨਾ ਨਹੀਂ। ਦੁਨੀਆ ਭਰ 'ਚ ਬਦਨਾਮੀ ਹੁੰਦੀ ਆ। ਹਰ ਵਾਰੀ ਕਹਿੰਦੇ ਗਲਤ ਹੋ ਗਿਆ, ਇਹ ਕੰਮ ਕਰਨ ਨੂੰ ਫਿਰ ਨਹੀਂ ਹਟਦੇ, ਅਤੇ ਨਾ ਉਹਨਾਂ ਨੇ ਹਟਣਾ ਹੀ। ਪਰ ਸਰ, ਭਾਰਤ ਗਰੁੱਪ ਮਾਮਲੇ ਵਿੱਚ ਇੱਕ ਗ੍ਰਿਫਤਾਰੀ ਹੋਈ ਹੈ, ਇਹ ਪੈਸਾ ਹੁਣ ਮਿਲ ਜੂਗਾ? ਕੋਈ ਹੈਗੀ ਉਮੀਦ, ਆਸ? ਕਿਉਂਕਿ ਲੋਕ ਬਹੁਤ ਲੰਬੇ ਸਮੇਂ ਤੋਂ ਆਸ ਲਾ ਕੇ ਬੈਠੇ ਆ। ਸਾਡੇ ਪੰਜਾਬੀ 'ਚ ਕਹਿੰਦੇ ਆ ਕਿ ਗੰਗਾ ਗਈਆਂ ਹੱਡੀਆਂ ਕਦੇ ਅੱਜ ਤੱਕ ਮੁੜੀਆਂ ਨਹੀਂ। ਜੀ। ਇਹ ਪਰਲ ਗ੍ਰੀਨ ਜਿਹੜਾ ਇਹਦਾ ਮਾਮਲਾ ਵੀ ਗੰਗਾ ਗਈਆਂ ਹੱਡੀਆਂ ਵਾਲਾ। ਨਿਰਮਲ ਸਿੰਘ ਭੰਗੂ ਨੇ 30 ਸਾਲ ਪਹਿਲਾਂ ਜਦੋਂ ਇਹ ਸਕੀਮ ਸ਼ੁਰੂ ਕੀਤੀ ਜੀ, ਲੋਕਾਂ ਨੂੰ ਆਖਿਆ ਗਿਆ ਇੰਨਾ ਪੈਸਾ ਹੋ ਜਾਏਗਾ, ਇੰਨਾ ਹੋ ਜਾਏਗਾ, ਇੰਨਾ ਹੋ ਜਾਊਗਾ। ਲੋਕੀ ਧੜਾ ਧੜੇ 'ਚ ਪੈਸਾ ਲੈ ਗਏ, ਬਾਅਦ ਸਾਰਾ ਮਾਰ ਕੇ ਬਹਿ ਗਿਆ। ਪੰਜਾਬ ਦਾ ਸਭ ਤੋਂ ਵੱਡਾ ਸਕੈਂਡਲ ਇਹ ਆ ਜਿਹਦੇ 'ਚ 50,000 ਕਰੋੜ ਰੁਪਏ ਤੋਂ ਵੱਧ ਦਾ ਕਾਲਾ ਮਾਲਾ ਹੋਇਆ। ਹੋਰ ਕੋਈ ਸਕੈਂਡਲ ਇਹਦੇ ਨੇੜੇ ਤੇੜੇ ਵੀ ਨਹੀਂ ਪਹੁੰਚਦਾ। ਕਮਾਲ ਦੀ ਗੱਲ ਇਹ ਕਿ ਅਕਾਲੀ ਸਰਕਾਰ ਆਵੇ ਅਤੇ ਤਾਂ ਵੀ ਪਰਲ ਗ੍ਰੀਨ ਵਾਲੇ ਨਿਰਮਲ ਸਿੰਘ ਭੰਗੂ ਦਾ ਕੱਖ ਨਹੀਂ ਵਿਗੜਦਾ। ਜੀ।
ਕਾਂਗਰਸੀ ਸਰਕਾਰ ਆਵੇ ਤਦ ਵੀ ਕੱਖ ਨਹੀਂ ਵਿਗੜਦਾ। ਨਾ ਪੁਲਿਸ ਉਹਨੂੰ ਹੱਥ ਪਾਉਂਦੀ ਹੈ, ਨਾ ਸਿਆਸੀ ਪਾਰਟੀਆਂ ਹੱਥ ਪਾਉਂਦੀਆਂ। ਜੇ ਬਹੁਤ ਮਜਬੂਰੀ ਬਣ ਜਾਵੇ, ਅਦਾਲਤਾਂ ਦੇ ਹੁਕਮ ਹੋ ਜਾਣ, ਉਹਨੂੰ ਗ੍ਰਿਫਤਾਰ ਕਰਨਾ ਪਵੇ ਤੇ ਗ੍ਰਿਫਤਾਰ ਹੁੰਦੇ ਸਾਰੀ ਉਹ ਬਿਮਾਰ ਹੋ ਜਾਂਦਾ ਤੇ ਫਿਰ ਕਿਸੇ ਹਸਪਤਾਲ ਦੇ ਹੋਟਲ ਵਰਗੇ ਕਮਰੇ 'ਚੋਂ ਬੈਠ ਜਾਂਦਾ ਜੀ। ਰਿਸ਼ਤੇਦਾਰ ਉਹਦੇ ਕੋਲ ਬੈਠੇ ਹੁੰਦੇ, ਦੋਸਤ ਮਿੱਤਰ ਉਹਦੇ ਕੋਲ ਬੈਠੇ ਹੁੰਦੇ, ਦਿਨੇ ਦੀਆਂ ਪਿਕਚਰਾਂ ਤੇ ਸਾਡੇ ਕੋਲ ਆ ਜਾਂਦੀਆਂ ਨੇ। ਰਾਤ ਨੂੰ ਉੱਥੇ ਕਿੱਦਾਂ ਦੀਆਂ ਮਹਿਫਲਾਂ ਜੰਮਦੀਆਂ ਕਿਸੇ ਨੂੰ ਕੋਈ ਪਤਾ ਥੋੜ੍ਹਾ ਜੀ। ਉਹਦਾ ਕੋਈ ਪਤਾ ਨਹੀਂ, ਪੈਸੇ ਮਾਰ ਕੇ ਬੈਠਾ। ਜਦੋਂ ਪਿਛਲੀ ਵਾਰੀ 2017 ਦੀਆਂ ਚੋਣਾਂ ਸਨ, ਉਹਨਾਂ ਚੋਣਾਂ ਦੇ ਵਕਤ ਕਾਂਗਰਸ ਵਾਲਿਆਂ ਨੇ ਇਹ ਗੱਲ ਆਖੀ ਸੀ ਲੋਕਾਂ ਨੂੰ ਕਿ ਇਹ ਅਕਾਲੀਆਂ ਨਾਲ ਰਲਿਆ ਸੀ ਤੇ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ। ਤੇ ਮੈਂ ਉਦੋਂ ਕਹਿਤਾ ਸੀ ਨਹੀਂ ਮਿਲਣਾ ਜੀ। ਤੁਹਾਡੇ ਵਾਸਤੇ ਇਹ ਗੱਲ ਇੱਕ ਫੋਕਾ ਵਾਦਾ ਸਾਬਤ ਹੋਵੇਗੀ। ਉਹਦਾ ਕਾਰਨ ਕੀ ਸੀ? ਬੇਅਦਬੀ ਕਾਂਡ ਹੋਇਆ 2015 'ਚ। 1 ਸਾਲ ਤੱਕ ਤਾਂ ਸੁਖਬੀਰ ਸਿੰਘ ਬਾਦਲ ਦੀ ਤੇ ਉਹਨਾਂ ਦੀ ਟੀਮ ਦੀ ਜ਼ਰੂਰਤ ਨਹੀਂ ਪਈ ਕਿ ਪਿੰਡਾਂ 'ਚ ਜਾ ਸਕਣ। ਬਠਿੰਡੇ ਦੇ ਇੱਕ ਪਿੰਡ 'ਚ ਅਖੰਡ ਪਾਠ ਰਖਾ ਲਿਆ ਅਕਾਲੀਆਂ ਨੇ ਰਲ ਕੇ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਦੀ ਤਰੱਕੀ ਵਾਸਤੇ, ਚੜ੍ਹਦੀ ਕਲਾ ਵਾਸਤੇ। ਜੀ। ਸੁਖਬੀਰ ਸਿੰਘ ਬਾਦਲ ਨੇ ਜਾਣਾ ਸੀ, ਨੇੜਲੇ 4 ਪਿੰਡਾਂ ਦੇ ਲੋਕਾਂ ਨੇ ਘੇਰਾ ਪਾ ਲਿਆ। ਗੁਰਦੁਆਰੇ ਦੇ ਨਾਲ ਸਕੂਲ ਸੀ, ਸਕੂਲ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਸੀ। ਸਕੂਲ ਦੀ ਗਰਾਊਂਡ ਵਿੱਚ ਹੈਲੀਕਾਪਟਰ ਉਤਾਰਿਆ ਗਿਆ। ਗੁਰਦੁਆਰੇ ਤੇ ਸਕੂਲ ਦੀ ਵਿਚਕਾਰਲੀ ਕੰਧ ਪਾੜ ਕੇ ਮਸਾਂ 2 ਫੁੱਟ ਚੌੜਾ ਪਾੜ, ਉਹਦੇ ਵਿੱਚ ਦੀ ਔਖੇ ਸੌਖੇ ਜਾ ਕੇ ਸੁਖਬੀਰ ਸਿੰਘ ਬਾਦਲ ਦਾ ਮੱਥਾ ਟਿਕਾਇਆ ਤੇ ਅੱਧੇ ਘੰਟੇ 'ਚ ਉੱਥੇ ਲੈ ਕੇ ਚਲੇ ਗਏ ਸਨ। ਇਹ ਉੱਥੇ ਜਾਂਦਾ ਨਹੀਂ ਸੀ ਜੀ। ਉਦੋਂ ਇਹਨਾਂ ਨੇ ਫਿਰ ਇੱਕ ਰੈਲੀ ਕੀਤੀ ਸਾਰੇ ਪੰਜਾਬ ਦੇ ਅਕਾਲੀਆਂ ਨੂੰ ਇਕੱਠੇ ਕਰਕੇ ਕਿ ਇੱਦਾਂ ਆਪਾਂ ਕਿੰਨਾ ਕੁ ਚਿਰ ਅੰਦਰ ਵੜੇ ਰਵਾਂਗੇ, ਵਿਧਾਨ ਸਭਾ ਚੋਣਾਂ ਆ ਗਈਆਂ ਨੇ, ਅਕਸਰ ਤਾਂ ਲੋਕਾਂ 'ਚ ਜਾਣਾ ਪੈਣਾ। ਇਹਨਾਂ ਬਠਿੰਡੇ ਜਾ ਕੇ ਰੈਲੀ ਕੀਤੀ। ਰੈਲੀ ਸੀ ਬਹੁਤ ਤਗੜੀ। ਆਮ ਆਦਮੀ ਪਾਰਟੀ ਵੀ ਉਦੋਂ ਬੜੀ ਚੜ੍ਹਤ ਵਿੱਚ ਸੀ ਜੀ। ਕੈਪਟਨ ਅਮਰਿੰਦਰ ਸਿੰਘ ਨੇ ਸੋਚਿਆ ਕਿ ਆਮ ਆਦਮੀ ਪਾਰਟੀ ਕਿਤੇ ਅੱਗੋਂ ਚੁਣੌਤੀ ਕਬੂਲ ਨਾ ਕਰ ਲੇ। ਇਹਨੇ ਆਖਿਆ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਰੈਲੀ ਕੀਤੀ ਸੀ ਉਸੇ ਥਾਂ ਤੇ ਉਹਦੇ ਤੋਂ ਵੱਡੀ ਰੈਲੀ ਮੈਂ ਕਰੂੰਗਾ, ਤੇ ਜਾ ਕੇ ਕਰ ਦਿੱਤੀ। ਥਾਂ ਉਹੀ ਹੀ, ਤਕਰੀਰ ਅਮਰਿੰਦਰ ਸਿੰਘ ਕਰ ਰਿਹਾ, ਗੁਟਕਾ ਮੱਥੇ ਨੂੰ ਲਾ ਕੇ ਸਹੁੰ ਖਾ ਰਿਹਾ। ਜੀ। ਭੀੜ ਜਿਹੜੀ ਆ ਉਹ ਸੁਖਬੀਰ ਸਿੰਘ ਬਾਦਲ ਦੀ ਰੈਲੀ ਨਾਲੋਂ ਵੱਧ। ਲੋਕਾਂ ਨੂੰ ਭੀੜ ਦਿਸਦੀ ਸੀ, ਲੋਕਾਂ ਨੂੰ ਗੁਟਕਾ ਸਾਹਿਬ ਦਿਸਦਾ ਸੀ, ਸਹੁੰ ਖਾਦੀ ਦਿਸਦੀ ਸੀ, ਅਮਰਿੰਦਰ ਸਿੰਘ ਦਿਸਦਾ ਸੀ। ਥੱਲੇ ਜ਼ਮੀਨ ਨਹੀਂ ਦਿਸਦੀ, ਮੈਨੂੰ ਜ਼ਮੀਨ ਦਿਸਦੀ ਸੀ। ਉਹ ਰੈਲੀ ਜਿਹੜੇ ਥਾਂ ਤੇ ਸੁਖਬੀਰ ਸਿੰਘ ਬਾਦਲ ਨੇ ਕੀਤੀ, ਉਹ ਵੀ ਉਹਨਾਂ ਦੀ ਸੀ ਜਿਨ੍ਹਾਂ ਨੇ ਪਰਲ ਗਰੁੱਪ ਬਣਾ ਕੇ ਤੇ ਲੋਕਾਂ ਨੂੰ ਠੱਗ ਲਿਆ। ਜੀ। ਤੇ ਜਿੱਥੇ ਅਮਰਿੰਦਰ ਸਿੰਘ ਨੇ ਕੀਤੀ ਉਹ ਵੀ, ਜੇ ਉਹਨਾਂ ਨੂੰ ਵੀ ਦੇ ਦਿੰਦੇ ਉਹਨਾਂ ਨੂੰ ਵੀ ਦੇ ਦਿੰਦੇ। ਉਦੋਂ ਹੀ ਪਤਾ ਲੱਗ ਗਿਆ ਸੀ ਕਿ ਉਹਦੇ ਵਾਸਤੇ ਦੋਵੇਂ ਪਾਸੇ ਇੱਕੋ ਜਿਹਾ, ਕਾਂਗਰਸੀ ਆ ਜਾਣ, ਅਕਾਲੀ ਆ ਜਾਣ। ਜੀ। ਇਹਦੇ ਤੋਂ ਪਹਿਲਾਂ ਇੱਕ ਵਾਰੀ ਇੱਕ ਸਿਆਲ ਗਰੁੱਪ ਉੱਠਿਆ ਸੀ। ਉਹ ਸਿਆਲ ਗਰੁੱਪ ਨੇ ਅੱਧੇ ਤੋਂ ਜ਼ਿਆਦਾ ਪੰਜਾਬ ਚੱਬ ਲਿਆ ਸੀ। ਫਿਰ ਉਹਨਾਂ ਦੇ ਖਿਲਾਫ ਕਾਰਵਾਈਆਂ ਸ਼ੁਰੂ ਹੋ ਗਈਆਂ। ਚੜ੍ਹਤ ਉਹਨਾਂ ਦੀ ਇੰਨੀ ਹੁੰਦੀ ਸੀ ਕਿ ਚੰਡੀਗੜ੍ਹ ਦੇ ਵਿੱਚੋਂ ਜਿਹੜੇ ਸੈਕਟਰੀਏਟ ਦੇ ਨੇੜਲੇ 3-4 ਸੈਕਟਰ ਆ, ਉਹਨਾਂ 'ਚੋਂ ਇੱਕ ਸੈਕਟਰ 'ਚੋਂ ਆਪਣੀ ਕੋਠੀ ਤੋਂ ਕਾਰ ਤੇ ਚੜ੍ਹਦੇ ਸੀ। ਜੀ। 1 ਕਿਲੋਮੀਟਰ ਦੂਰ ਜਾ ਕੇ ਚੰਡੀਗੜ੍ਹ ਕਲੱਬ ਦੀ ਗਰਾਊਂਡ ਦੇ ਵਿੱਚੋਂ ਹੈਲੀਕਾਪਟਰ ਤੋਂ ਉੱਡ ਕੇ ਜ਼ੀਰਕਪੁਰ ਤੱਕ ਜਾਂਦੇ ਸੀ। ਜ਼ੀਰਕਪੁਰ ਤੱਕ 20 ਕਿਲੋਮੀਟਰ ਪੈਂਡਾ ਵੀ ਆਪਣੀ ਕਾਰ ਤੇ ਨਹੀਂ ਸੀ ਕਰਦੇ। ਉਹਨਾਂ ਦਾ ਕੀ ਵਿਗੜਿਆ ਸੀ? ਕਾਂਗਰਸੀ ਸਰਕਾਰ ਵਿੱਚ ਵੀ ਉਹਨਾਂ ਨੂੰ ਪੂਰਾ ਸ਼ੈਲਟਰ ਕੀਤਾ ਗਿਆ, ਉਹਨਾਂ ਉੱਤੇ ਛਤਰੀ ਤਾਣੀ ਗਈ ਤੇ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਤਾਣੀ ਗਈ। ਹੁਣ ਪਰਲ ਗ੍ਰੀਨ ਵਾਲਾ, ਇਹਦੇ ਤੋਂ ਲੋਕੀ ਬੜੇ ਝਾਕ ਰੱਖੀ ਬੈਠੇ ਆ ਕਿ ਕੱਲ੍ਹ ਦਾ ਪੁਲਿਸ ਨੇ ਉਹਦਾ ਜਵਾਈ ਫੜ ਲਿਆ। ਜੀ। ਜਵਾਈ ਫੜਿਆ ਜਾਣ ਦਿਓ, ਫਿਰ ਭਾਈ ਫੜਿਆ ਜਾਣ ਦਿਓ, ਫਿਰ ਆਸੇ-ਪਾਸੇ ਦੇ 4 ਸ਼ਦਾਈ ਫੜੇ ਜਾਣ ਦਿਓ। ਜੇ ਤੁਸੀਂ ਇਹ ਰੱਖੋ ਕਿ ਆਸ ਰੱਖੋ ਕਿ ਤੁਹਾਡਾ ਪੈਸਾ ਵਾਪਸ ਆ ਜਾਵੇਗਾ, ਕੋਈ ਪੈਸਾ ਤੁਹਾਡਾ ਵਾਪਸ ਨਹੀਂ ਆਉਣਾ। ਉਹ ਇੱਕ ਅਦਾਲਤੀ ਕਾਰਵਾਈ ਹੈ ਕਿ ਜਿਹੜੀਆਂ ਚੀਜ਼ਾਂ ਦੇ ਉੱਤੇ ਜ਼ਮੀਨਾਂ ਤੇ ਅਦਾਲਤ ਨੇ ਪਾਬੰਦੀ ਲਾਈ ਸੀ ਵੇਚਣੀਆਂ ਨਹੀਂ, ਗਲਤ ਡਾਕੂਮੈਂਟ ਬਣਾ ਕੇ ਉਹਨਾਂ ਡਾਕੂਮੈਂਟਸ ਦੇ ਨਾਲ ਵੇਚਣ ਦਾ ਯਤਨ ਕੀਤਾ ਗਿਆ। ਕਾਨੂੰਨੀ ਕਾਰਵਾਈ ਹੋਈ ਆ, ਇਹਦੇ ਤੋਂ ਵੱਧ ਕੁਛ ਨਹੀਂ। ਨਹੀਂ ਉਹ ਲੱਭਣੇ ਡਰਾਲ ਗਵਾਚੇ ਤੇ ਮਿੱਟੀ ਨਾਲ ਫਰੋਲ ਜੋਗਿਆ। ਇੱਥੇ ਜਾ ਕੇ ਮਨ ਨੂੰ ਤਸੱਲੀ ਦੇ ਲੈਣੀ ਚਾਹੀਦੀ ਹੈ। ਪਰ ਸਰ ਇੱਕ ਗੱਲ ਇਹ 'ਚ ਹੋਰ ਜੋੜਨੀ ਚਾਹੁੰਦਾ ਮੈਂ, ਕਿਉਂਕਿ ਸਰਕਾਰਾਂ ਦਾ ਤਾਂ ਚਲੋ ਥਾਪੜਾ ਲੱਗਦਾ ਹੀ ਹੈ, ਤੁਸੀਂ ਸਾਰਾ ਕੁਝ ਸਮਝਾ ਹੀ ਦਿੱਤਾ। ਇਹ ਚੋਣਾਂ ਨਾਲ ਜੋੜ ਕੇ ਵੀ ਦੇਖੀ ਜਾ ਸਕਦੀ ਹੈ ਗੱਲ ਕਿ ਚੋਣਾਂ ਕਰਕੇ ਹੋ ਰਿਹਾ? ਕਿਉਂਕਿ ਬਹੁਤ ਸਾਰੇ ਮੁੱਦੇ ਚੋਣਾਂ ਕਰਕੇ ਕੋਈ ਨਹੀਂ, ਇਹ ਕਾਨੂੰਨੀ ਕਾਰਵਾਈ ਆ ਜੀ। ਅਦਾਲਤ ਨੂੰ ਝਕਾਨੀ ਦੇ ਕੇ ਜ਼ਮੀਨ ਵੇਚਣ ਦਾ ਯਤਨ ਕੀਤਾ ਗਿਆ, ਉਹਦੇ 'ਚ ਇੱਕ ਅਰੈਸਟ ਪੈਣੀ ਆ, ਕਾਗਜ਼ੀ ਕਾਰਵਾਈ ਹੋਵੇਗੀ,
ਜ਼ਮਾਨਤ ਹੋ ਜਾਏਗੀ, ਜੀ ਇੱਕ ਕੇਸ ਹੋਰ ਚੱਲਦਾ ਰਹੇਗਾ, 36 ਅੱਗੇ ਚੱਲਦੇ 37 ਸੀ, ਇਹ ਤੋਂ ਬਾਅਦ ਕੋਈ ਕਾਰਵਾਈ ਨਹੀਂ। ਜੀ ਮਤਲਬ ਇਹ ਗੱਲ ਹੁਣ ਪੰਜਾਬ ਸਰਕਾਰ ਦੀ ਵੀ ਨਾਲ ਕਰ ਹੀ ਲੈਂਦੇ ਆ। ਪੰਜਾਬ ਸਰਕਾਰ ਨੇ ਰੁਕੇ ਹੋਏ ਪ੍ਰੋਜੈਕਟ ਯਕਦਮ ਸ਼ੁਰੂ ਕਰ ਦਿੱਤੇ ਆ, ਇਹਦਾ ਕੀ ਕਾਰਨ? ਜਦੋਂ ਚੋਣਾਂ ਨੇੜੇ ਆਉਂਦੀਆਂ ਹੁੰਦੀਆਂ ਨਾ ਜੀ ਆਪਾਂ ਉਹ ਮੁਹਾਵਰਾ ਤੇ ਸੁਣਿਆ ਕਿ ਮਾਤੜ ਬੰਦਾ ਤੁਰਿਆ ਆ ਬੜਾ ਔਖਾ ਸੌਖਾ, ਤੇ ਜਦੋਂ ਪਿੰਡ ਦਿਸ ਪਿਆ ਤੇ ਪਿੰਡ ਲਾਗੇ ਜੋਤੀ ਲਾ ਕੇ ਭੱਜ ਉੱਠਿਆ ਸੀ। ਜੀ ਹੁਣ ਜਦੋਂ ਚੋਣਾਂ 'ਚ 10 ਮਹੀਨੇ ਰਹਿ ਗਏ ਆ, ਜਿੰਨੀਆਂ ਕੁ ਸੜਕਾਂ ਟੁੱਟੀਆਂ ਅਕਾਲੀ ਭਾਜਪਾ ਵਾਲਿਆਂ ਨੇ ਵੀ 2016 'ਚ ਆ ਕੇ ਬਣਾਈਆਂ ਸੀ, ਤੇ ਬਣਾਈਆਂ ਉਨੀਆਂ ਕੁ ਸੀ ਕਿ 2017 ਦੀ ਫਰਵਰੀ ਲੰਘ ਜਾਵੇ, ਵੋਟਾਂ ਪੈਣ ਤੱਕ ਟਿਕੀਆਂ ਰਹਿਣ, ਉਦੋਂ ਬਾਅਦ ਮੇਕਅਪ ਉੱਡਦਾ ਵੀ ਆ ਤੇ ਉੱਡ ਜਾਵੇ। ਜੀ ਹੁਣ ਇਹਨਾਂ ਦਾ ਵੀ ਇਸ ਵੇਲੇ 2021 'ਚ ਉਹੀ ਸਮਾਂ ਇਹਨਾਂ ਨੇ ਇਸ ਸਮੇਂ ਦੇ ਵਿੱਚ ਕਰਨਾ, ਨਾਲ ਕੁਝ ਕੰਮ ਵੱਡੇ ਕਰਨੇ ਸ਼ੁਰੂ ਕਰਤੇ ਆ। ਗੁਰੂ ਨਾਨਕ ਜਗਤ ਬਾਬਾ ਗੁਰੂ ਨਾਨਕ ਯੂਨੀਵਰਸਿਟੀ, ਓਪਨ ਯੂਨੀਵਰਸਿਟੀ, ਉਹ ਛੇਤੀ ਤਿਆਰ ਕੀਤੀ ਜਾਵੇ, ਖੋਲ੍ਹੀ ਜਾਵੇ। ਜੀ 2-3 ਜੇਲ੍ਹਾਂ ਨੇ, ਇਹ ਪਤਾ ਨਹੀਂ ਜੇਲ੍ਹਾਂ ਕਿਉਂ ਇਹ ਇਸ ਵੇਲੇ ਉਹਨਾਂ ਦੇ ਉਦਘਾਟਨ ਕਰਦੇ ਫਿਰਦੇ ਨੇ। 1979 'ਚ ਪ੍ਰਕਾਸ਼ ਸਿੰਘ ਬਾਦਲ ਨੇ ਲੁਧਿਆਣੇ ਵਾਲੀ ਵੱਡੀ ਜੇਲ੍ਹ ਜਿਹੜੀ ਆ ਉਹਦਾ ਉਦਘਾਟਨ ਕੀਤਾ ਸੀ, ਤੇ ਵੇਖ ਕੇ ਕਹਿੰਦਾ ਬੜੀ ਸੋਹਣੀ ਆ, ਹੁਣ ਤਾਂ ਮੇਰਾ ਜੀ ਕਰਦਾ ਕਿ ਮੈਂ ਵੀ ਇੱਥੇ ਕਿਤੇ ਇੱਕ ਵਾਰੀ ਆ ਹੀ ਜਾਵਾਂ। ਤੇ ਮੁੜ ਕੇ ਦੀ ਸਰਕਾਰ ਟੁੱਟ ਗਈ। ਸਰਕਾਰ ਟੁੱਟਣ ਤੋਂ ਬਾਅਦ ਉਸ ਜੇਲ੍ਹ ਦੇ ਜਿਹੜਾ ਪਹਿਲਾ ਜਥਾ ਗਿਆ ਉਹ ਬਾਦਲ ਸਾਹਿਬ ਦਾ ਹੀ, ਕਹਿੰਦੇ ਬਾਦਲ ਸਾਹਿਬ ਦੇ ਆਗੂਆਂ ਦਾ ਤਾਂ ਆਖਿਆ ਬੜਾ ਸੱਚ ਸਾਬਤ ਹੋ ਜਾਂਦਾ। ਹੁਣ ਇਹ ਕਾਂਗਰਸੀ ਵੀ ਜੇ ਕੱਲ੍ਹ ਨੂੰ ਸਰਕਾਰ ਨਾ ਰਹੀ ਤੇ ਕੀ ਪਤਾ ਕਿਤੇ ਕੇਸ ਬਣਨੇ ਆ। ਬੜੀ ਤੇਜ਼ੀ ਨਾਲ ਜੇਲ੍ਹਾਂ ਬਣਾਉਂਦੇ, ਚਲੋ ਬਣਾ ਲੈਣ ਦਿਓ, ਉਹਨਾਂ ਦੀ ਮਰਜ਼ੀ। ਇੱਕ ਕੰਮ ਚੰਗਾ ਕਰਨ ਲੱਗੇ ਆ। ਕੱਲ੍ਹ ਚੀਫ ਸੈਕਟਰੀ ਨੇ ਮੀਟਿੰਗ ਕਰਾ ਕੇ ਅਫਸਰਾਂ ਨੂੰ ਆਖਿਆ ਕਿ ਜਿੱਦਾਂ ਆਦਮਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਹੈ ਤੇ ਇੱਥੇ 에ਅਰਫੋਰਸ ਦਾ ਸਟੇਸ਼ਨ ਸੀ ਜੀ, ਤੇ ਉਹਦੇ ਤੋਂ ਪ੍ਰਾਈਵੇਟ ਫਲਾਈਟਾਂ ਜਿਹੜੀਆਂ ਨੇ, ਪੈਸੰਜਰ ਫਲਾਈਟਸ ਜਿਹੜੀਆਂ ਡੋਮੈਸਟਿਕ ਉਹ ਚਾਲੂ ਕੀਤੀਆਂ ਗਈਆਂ। ਉਸੇ ਤਰ੍ਹਾਂ ਲੁਧਿਆਣੇ ਜ਼ਿਲ੍ਹੇ 'ਚ ਹਲਵਾਰਾ, ਉਹ ਵੀ 에ਅਰਫੋਰਸ ਸਟੇਸ਼ਨ ਹੈ, ਉੱਥੋਂ ਦੇ ਰਨਵੇ ਨੂੰ ਵਰਤ ਕੇ ਜਿਹੜਾ ਨਾਲ ਸਿਵਲ ਟਰਮੀਨਲ ਬਣਾਉਣਾ ਤੇ ਫਲਾਈਟਸ ਉੱਥੋਂ ਸ਼ੁਰੂ ਕਰਨੀਆਂ, ਉਹਦਾ ਕੰਮ ਤੇਜ਼ੀ ਨਾਲ ਕਰੋ ਤਾਂ ਕਿ ਜਾਂਦੀ ਸਰਕਾਰ ਘੱਟੋ ਘੱਟ ਇਹੋ ਹੀ ਪੁੰਨ ਖੱਟ ਜਾਵੇ। ਮੈਂ ਸਮਝਦਾ ਇਹਦਾ ਸਵਾਗਤ ਕਰਨਾ ਚਾਹੀਦਾ ਜੇ ਬਣ ਜਾਵੇ, ਬਾਕੀ ਤੇ ਕਾਗਜ਼ੀ ਕਾਰਵਾਈ। ਜੀ ਪਰ ਸਾਹਿਬ, ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਰਿਟਾਇਰ ਹੋ ਗਿਆ, ਪਰ ਨਾਲ ਹੁਣ ਇੱਕ ਚਾਰਜ ਸ਼ੀਟ ਦਾ ਵੀ ਰੌਲਾ ਪੈ ਗਿਆ, ਇਹ ਕੀ ਕਹਾਣੀ ਪੂਰੀ? ਦੇਖੋ, ਨਿਰੰਜਨ ਸੋਰੀ ਇੱਜ਼ਤਦਾਰ ਆਦਮੀ ਸੀ ਜੀ, ਇਮਾਨਦਾਰੀ ਨਾਲ ਨੌਕਰੀ ਕੀਤੀ ਸਾਰੀ ਉਮਰ, ਕੰਮ ਜਿਹੜਾ ਮਿਲਿਆ ਸਿਰੇ ਲਾ ਕੇ ਛੱਡਿਆ। ਜਦੋਂ ਪੰਜਾਬ 'ਚ ਆ ਗਏ, ਜਗਦੀਸ਼ ਭੋਲਾ ਡਰੱਗ ਕੇਸ ਜਿਹੜਾ ਸੀ ਉਹ ਕੋਈ ਹੋਰ ਚੁੱਕਣ ਵਾਲਾ ਨਹੀਂ ਸੀ, ਨਿਰੰਜਨ ਸਿੰਘ ਦੇ ਮੱਥੇ ਮਾਰਿਆ। ਨਿਰੰਜਨ ਸੋਹਰਾ ਨੇ ਉੱਤੇ ਕਾਰਵਾਈ ਸ਼ੁਰੂ ਕੀਤੀ, ਉਸ ਕਾਰਵਾਈ ਵਿੱਚ ਰੁਕਾਵਟਾਂ ਪੈਣ ਲੱਗ ਪਈਆਂ। ਇਹਨਾਂ ਨੇ ਪੰਜਾਬ ਦੇ ਇੱਕ ਮੰਤਰੀ ਨੂੰ ਸੱਦ ਕੇ 7 ਜਾਂ 8 ਘੰਟੇ ਗ੍ਰਿਲਿੰਗ ਕੀਤੀ, ਤੇ ਉਸ ਮੰਤਰੀ ਨੂੰ ਸੱਦਿਆ ਜਿਹਦੀ ਭੈਣ ਕੇਂਦਰ ਵਿੱਚ ਮੰਤਰੀ ਸੀ। ਜੀ, ਭੈਣ ਕੇਂਦਰ 'ਚ ਕੈਬਨਿਟ ਮੰਤਰੀ ਹੋਵੇ। ਦਸੰਬਰ 'ਚ ਅਕਾਲੀ ਮੰਤਰੀ ਨੂੰ ਸੱਦ ਕੇ 7-8 ਘੰਟੇ ਤੇ ਉਹਦੀ ਗ੍ਰਿਲਿੰਗ ਕੀਤੀ ਜਾਵੇ। ਇਹ 2014 ਦੀਆਂ ਗੱਲਾਂ। ਤੇ ਜਦੋਂ ਬਾਹਰ ਆਵੇ ਤੇ ਇੰਨੀ ਧੁੰਦ ਦੇ ਵਿੱਚ ਲੋਕੀ ਤੇ ਠੱਠ ਕਰਦੇ ਤੇ ਆਉਂਦੇ ਹੀ ਆ ਕੇ ਬਾਕੀ ਗੱਲਾਂ ਬਾਅਦ 'ਚ ਫਿਰ ਮੇਰੇ ਘੁੱਟ ਪਾਣੀ ਪਿਆ ਲਓ। ਔਰ ਉਹਦੇ ਖਿਲਾਫ ਭਾਜਪਾ ਵਾਲਿਆਂ ਨੇ ਪੁਤਲਾ ਸਾੜ ਅਰਥੀ ਫੂਕਣ ਦੇ ਮੁਜ਼ਾਹਰੇ ਕੀਤੇ ਸੀ। ਜੀ, ਉਹਦੇ 'ਚ ਫਿਰ ਉਦੋਂ ਅਕਾਲੀ ਭਾਜਪਾ ਦੀ ਨਾਰਾਜ਼ਗੀ ਚੱਲਦੀ ਸੀ। ਜਦੋਂ ਇਹਨਾਂ ਜਾ ਕੇ ਦਿੱਲੀ 'ਚ ਮੋਦੀ ਸਾਹਿਬ ਨੂੰ ਤੇ ਅਮਿਤ ਸ਼ਾਹ ਸਾਹਿਬ ਨੂੰ ਕਹਿ ਦਿੱਤਾ ਕਿ ਨਹੀਂ ਅਸੀਂ ਤੁਹਾਡੇ ਨਾਲ ਹੀ ਹਾਂ, ਤੇ ਉਹਨੇ ਆਖਿਆ ਠੀਕ ਹੈ, ਨਿਰੰਜਨ ਸਿੰਘ ਨੂੰ ਕੱਢੋ। ਹਿੰਦੁਸਤਾਨ ਦੀ ਪੱਛਮੀ ਨੁੱਕਰ ਤੇ ਪਾਕਿਸਤਾਨ ਬਾਰਡਰ ਦੇ ਲਾਗੇ ਜਲੰਧਰ ਵਿੱਚ ਸੀ, ਇੱਥੋਂ ਚੁੱਕ ਕੇ ਤੇ ਸਿੱਧਾ ਹੀ ਸਾਰਾ ਹਿੰਦੁਸਤਾਨ ਟੱਪ ਕੇ ਕਲਕੱਤੇ ਸੁੱਟਿਆ। ਰਾਜ ਕਿਤੇ ਨਹੀਂ ਖਲੋਣ ਦਿੱਤਾ, ਉਦੋਂ ਅੱਗੇ ਤਾਂ ਸਮੁੰਦਰ ਸੀ, ਉੱਥੇ ਸੁੱਟ ਨਹੀਂ ਸਕਦੇ। ਇੱਥੇ ਰੌਲਾ ਪੈ ਗਿਆ, ਹਾਈ ਕੋਰਟ ਨੇ ਪਾਬੰਦੀ ਲਾਤੀ ਕਿ ਚੱਲਦੀ ਇਨਵੈਸਟੀਗੇਸ਼ਨ ਦੌਰਾਨ ਤੁਸੀਂ ਉੱਥੇ ਭੇਜ ਨਹੀਂ ਸਕਦੇ। ਫਿਰ ਉਹਨਾਂ ਦੂਜਾ ਤਰੀਕਾ ਵਰਤ ਲਿਆ, ਜਦੋਂ ਪੁੱਛਗਿੱਛ ਹੋਣੀ ਆ ਤੇ ਦਿੱਲੀ ਤੋਂ ਆਏ 2 ਅਫਸਰ ਨਾਲ ਬਿਠਾ ਦੇਣੇ, ਜਿਨ੍ਹਾਂ ਦਾ ਕੰਮ ਹੀ ਇਹ ਸੀ ਕਿ ਪੁੱਛਗਿੱਛ ਕਰਨ ਨਹੀਂ ਦੇਣੀ, ਡਿੱਕੇ ਪਾਉਣੇ। ਕਦੇ ਇਹਦੀ ਸਿਕਿਉਰਿਟੀ ਹਟਾ ਲਈ, ਜੀ, ਕਦੇ ਇਹਦੀ ਗੱਡੀ ਖੋਹ ਲਈ, ਕਦੇ ਫਾਈਲਾਂ ਆਖਿਆ ਕਿ ਵੇਖਣ ਵਾਸਤੇ ਚਾਹੀਦੀਆਂ, ਦਿੱਲੀ ਭੇਜ ਦਿਓ, ਤੇ ਮੁੜ ਕੇ ਉੱਥੋਂ ਵਾਪਸ ਹੀ ਨਹੀਂ ਭੇਜੀਆਂ। ਨਿਰੰਜਨ ਸਿੰਘ ਦਾ ਕਹਿਣਾ ਕਿ ਜੇ ਮੈਨੂੰ ਜਾਂਚ ਕਰਨ ਦਿੱਤੀ ਜਾਂਦੀ, ਪਾਕਿਸਤਾਨ, ਅਫਗਾਨਿਸਤਾਨ, ਉਹਦੇ ਤੋਂ ਅੱਗੇ ਦੁਬਈ, ਤੇ ਦੁਬਈ ਤੋਂ ਅੱਗੇ ਕੈਨੇਡਾ ਤੱਕ ਜਿੰਨਾ ਡਰੱਗ ਰੈਕਟ ਆ, ਮੈਂ ਸਾਰਾ ਕੁਝ ਨੰਗਾ ਕਰ ਦਿੰਦਾ ਤੇ ਹਿੰਦੁਸਤਾਨ ਦਾ ਭਲਾ ਹੁੰਦਾ, ਪਰ ਮੈਨੂੰ ਕੰਮ ਕਰਨ ਨਹੀਂ ਦਿੱਤਾ ਗਿਆ। ਉਲਟਾ ਹੋਇਆ ਇਹ ਕਿ ਨਿਰੰਜਨ ਸਿੰਘ ਤੇ ਇੱਕ ਕੇਸ ਬਣਾ ਦਿੱਤਾ ਗਿਆ
ਕਿ ਦਲਜੀਤ ਦੋਸਾਂਝ ਜਿਹੜਾ ਸੀ ਕਲਾਕਾਰ, ਜੀ ਜੀ ਉਹਦੀ ਇਨਕੁਆਇਰੀ ਚੱਲਦੀ ਪਈ ਸੀ ਤੇ ਉਸ ਇਨਕੁਆਇਰੀ ਦੇ ਦੌਰਾਨ ਇਹਨਾਂ ਦੇ ਪਰਿਵਾਰ ਦੇ ਇੱਕ ਬੱਚੇ ਦਾ ਵਿਆਹ ਆ ਗਿਆ ਤੇ ਉਸ ਵਿਆਹ ਦੇ ਉੱਤੇ ਦਲਜੀਤ ਦੋਸਾਂਝ ਨੂੰ ਸੱਦਿਆ ਗਿਆ। ਇਹਨਾਂ ਨੇ ਪੁੱਛਗਿੱਛ 'ਚ ਦੱਸਦਾ ਜੀ ਮੈਂ ਆਹ ਬਕਾਇਦਾ ਚੈੱਕ ਕੱਟ ਕੇ ਉਹਦੀ ਪੇਮੈਂਟ ਕੀਤੀ ਹੈ। ਹੁਣ ਸਵਾਲ ਇਹ ਉੱਠਦਾ ਕਿ ਜਾਂਚ ਚੱਲਦੀ ਚ ਨਰਿੰਦਰ ਸਿੰਘ ਨੇ ਦਲਜੀਤ ਦੋਸਾਂਝ ਨੂੰ ਸੱਦਿਆ ਕਿਉਂ? ਜੇ ਸੱਦ ਲਿਆ ਤੇ ਇਹ 'ਚ ਲੋੜਾ ਕੀ ਆ ਗਿਆ? ਪਰਫਾਰਮਰ ਦੇ ਤੌਰ ਤੇ ਉਹ ਵੱਖਰੀ ਚੀਜ਼ ਆ, ਜੀ ਕਾਨੂੰਨੀ ਕੇਸ ਵੱਖਰਾ। ਜੇ ਪਰਫਾਰਮਰ ਨੂੰ ਇਸ ਤਰ੍ਹਾਂ ਨਹੀਂ ਸੱਦਿਆ ਜਾਣਾ, ਸਲਮਾਨ ਖਾਨ ਤੇ ਕੇਸ ਚੱਲਦੇ ਸੀ, ਉਹਨੂੰ ਮਹਾਰਾਸ਼ਟਰ ਦੀ ਸਰਕਾਰ ਨੇ ਤੇ ਨਰਿੰਦਰ ਮੋਦੀ ਨੇ ਆਪਣੇ ਕੋਲ ਕਿਉਂ ਸੱਦਿਆ ਤੇ ਨਰਿੰਦਰ ਮੋਦੀ ਨੇ ਉਹਦੇ ਨਾਲ ਬਸੰਤ ਵਿੱਚ ਪਤੰਗਾਂ ਕਿਉਂ ਉਡਾਈਆਂ? ਸੰਜੇ ਦੱਤ ਤੇ ਕੇਸ ਚੱਲਦੇ ਸਨ। ਚੱਲਦੇ ਕੇਸਾਂ ਦੌਰਾਨ ਇਲੈਕਸ਼ਨ ਦੇ ਵਿੱਚ ਉਹ ਤੋਂ ਕੰਪੇਨ ਕਿਹੜੀ ਪਾਰਟੀ ਨੇ ਕਰਵਾਈ? ਜੀ ਅਮਿਤਾਭ ਬੱਚਨ ਤੇ ਕੇਸ ਚੱਲਦੇ ਸਨ। ਬੰਗਲੌਰ ਵਾਲੀ ABC ਕੰਪਨੀ ਡੁੱਬਣ ਦਾ ਵੀ ਕੇਸ ਚੱਲਦਾ ਸੀ। ਉਹਦੇ ਦੌਰਾਨ ਸਰਕਾਰ ਨੇ ਉਹਨੂੰ ਬ੍ਰਾਂਡ ਐਂਬੈਸਡਰ ਬਣਾਇਆ। ਕਿੰਨੇ ਕੰਮ ਉਹ ਤੋਂ ਕਰਵਾਏ ਗਏ? ਉਹ ਕਿਉਂ ਕਰਵਾਏ ਗਏ ਸਨ? ਰਾਜ ਠਾਕਰੇ ਨੇ ਇਹ ਆਖਿਆ ਕਿ ਮੈਂ ਮੁੰਬਈ 'ਚ ਉੱਤਰ ਭਾਰਤੀਆਂ ਨੂੰ ਰਹਿਣ ਨਹੀਂ ਦੇਣਾ। 6 ਦਿਨ ਲਗਾਤਾਰ ਉੱਤਰ ਭਾਰਤੀਆਂ ਨੂੰ ਸੜਕਾਂ ਤੇ ਫੜ ਕੇ ਕੁੱਟਿਆ ਗਿਆ। ਉਹਨਾਂ ਦੀਆਂ ਦੁਕਾਨਾਂ 'ਚ ਭੰਨ ਤੋੜ ਹੋਈ, ਰੇਹੜੀਆਂ ਤੋਂ ਸਮਾਨ ਉਲਟ ਦਿੱਤਾ ਗਿਆ। ਜੀ ਉਹ ਗੱਡੀਆਂ ਦੇ ਉੱਤੇ ਪਰਿਵਾਰਾਂ ਸਮੇਤ ਚੜ੍ਹ ਕੇ ਲਮਕ ਕੇ ਯੂਪੀ ਨੂੰ ਭੱਜ ਗਏ। ਪਰ ਜਿਸ ਦਿਨ 6ਵਾਂ ਦਿਨ ਸੀ, ਮੁੰਬਈ ਦਾ ਪੁਲਿਸ ਕਮਿਸ਼ਨਰ, ਉਹ ਪਿੱਛੋਂ ਉੱਤਰ ਪ੍ਰਦੇਸ਼ ਦਾ ਸੀ, ਪੁਲਿਸ ਕਮਿਸ਼ਨਰ ਦੀ ਧੀ ਦਾ ਵਿਆਹ ਸੀ। ਉਹ ਰਾਜ ਠਾਕਰੇ, ਉਹਦੇ ਖਿਲਾਫ ਕੇਸ ਬਣੇ ਆ ਕਿ ਉੱਤਰ ਭਾਰਤੀਆਂ ਨੂੰ ਕੁਟਵਾਉਣ ਵਾਲੀ ਸੜੀ ਮੁਹਿੰਮ ਦਾ ਅਗਵਾਈ ਕਰਦਾ ਜੀ। ਉਹ ਮੁੰਬਈ ਦੇ ਪੁਲਿਸ ਕਮਿਸ਼ਨਰ ਦੇ ਘਰ ਉੱਥੇ ਕਿਉਂ ਗਿਆ? ਇੱਥੇ ਬਾਦਲਾਂ ਦੇ ਖਿਲਾਫ ਜਿਹੜੇ ਪੁਲਿਸ ਅਫਸਰਾਂ ਨੇ ਕੇਸ ਬਣਾਏ ਸਨ, ਉਹ ਪੁਲਿਸ ਅਫਸਰ ਬਾਦਲਾਂ ਦੇ ਘਰ ਕਿੰਨੀ ਵਾਰੀ ਫੰਕਸ਼ਨਾਂ ਤੇ ਗਏ ਤੇ ਉਹਨਾਂ ਦੇ ਘਰਾਂ 'ਚ ਆਪਣੇ ਫੰਕਸ਼ਨਾਂ ਦੇ ਉੱਤੇ ਇਹਨਾਂ ਨੂੰ ਕਿੰਨੇ ਵਾਰੀ ਸੱਦਿਆ? ਕੈਪਟਨ ਅਮਰਿੰਦਰ ਸਿੰਘ ਤੇ ਕੇਸ ਬਣਾਉਣ ਵਾਲੇ ਜਿਹੜੇ ਆ, ਉਹ ਕੇਸ ਬਣਾਉਣ ਵਾਲੇ ਕਿੰਨੀ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਗਏ ਤੇ ਆਪਣੇ ਪਰਿਵਾਰਾਂ ਦੇ ਵਿੱਚ ਫੰਕਸ਼ਨਾਂ ਤੇ ਉਹਨਾਂ ਨੇ ਕਿੰਨਿਆਂ ਨੂੰ ਸੱਦਿਆ? ਇਹ ਸਾਰੇ ਕਹਾਣੀ ਤਾਂ ਕਰਕੇ ਵੇਖੋ ਕਿੱਥੋਂ ਤੱਕ ਜਾਂਦੀ ਆ, ਬੜੀ ਦੂਰ ਤੱਕ ਪਹੁੰਚਦੀ ਪਈ ਆ। ਤੇ ਜੇ ਉਹਦੇ ਵਿੱਚ ਨਿਰੰਜਨ ਸਿੰਘ ਨੇ ਆਪਣੇ ਪਰਿਵਾਰ ਦੇ ਇੱਕ ਬੱਚੇ ਦੇ ਵਿਆਹ ਦੇ ਉੱਤੇ ਦਲਜੀਤ ਦੋਸਾਂਝ ਨੂੰ ਸੱਦ ਲਿਆ, ਬਕਾਇਦਾ ਬਾਈ ਚੈੱਕ ਪੇਮੈਂਟ ਕੀਤੀ ਆ, ਉਹ 'ਚ ਪਾਪ ਕੀ ਆ? ਕੇਸ ਉਹਦਾ ਵੱਖਰਾ ਚੱਲਦਾ ਰੂ। ਇੱਥੇ ਤੇ ਅਸੀਂ ਇਹ ਵੀ ਵੇਖਿਆ, ਜਿਹੜੇ ਜੱਜਾਂ ਦੇ ਕੋਲ ਕੇਸ ਚੱਲਦਾ ਹੁੰਦਾ ਕਿਸੇ ਮੁਲਜ਼ਮ ਦਾ, ਵਿਆਹ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਵੇਖਿਆ ਹੋਇਆ ਕਈਆਂ ਥਾਵਾਂ 'ਤੇ। ਜੀ ਇੱਦਾਂ ਦੀਆਂ ਗੱਲਾਂ ਵੀ ਹੋ ਜਾਂਦੀਆਂ ਰਹੀਆਂ। ਇਹ ਚਰਚੇ ਕਈ ਵਾਰ ਚੱਲੇ ਨੇ। ਤੇ ਇਸ ਗੱਲ ਨੂੰ ਲੈ ਕੇ ਨਿਰੰਜਨ ਸਿੰਘ ਕੱਲ੍ਹ ਰਿਟਾਇਰ ਹੋਣ ਲੱਗਾ। ਰਿਟਾਇਰ ਹੋਣ ਵੇਲੇ ਕਿਸੇ ਬੰਦੇ ਨੂੰ ਫੁੱਲਾਂ ਦਾ ਬੁੱਕੇ ਦਿੱਤਾ ਜਾਂਦਾ, ਉਹਨੂੰ ਮਠਿਆਈ ਖਵਾਈ ਜਾਂਦੀ ਹੈ, ਉਹਨੂੰ ਆਖਿਆ ਜਾਂਦਾ ਜੀ ਸਾਡੇ ਵੱਲੋਂ ਬਾਕੀ ਦੀ ਉਮਰ ਵਾਸਤੇ ਸ਼ੁਭ ਕਾਮਨਾਵਾਂ ਜੀ, ਤੇ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਲੰਮੀ ਤੇ ਸੁਖੀ ਉਮਰ ਤੁਸੀਂ ਹੰਢਾਓ। ਇੱਥੇ ਇਹ ਆ ਕਿ ਜਦੋਂ ਤੁਰਨ ਲੱਗਾ ਤੇ ਦਰਵਾਜ਼ੇ ਤੇ ਖੜੇ ਨੂੰ ਉਹਨੂੰ ਚਾਰਜਸ਼ੀਟ ਫੜਾਤੀ ਗਈ ਕਿ ਦਲਜੀਤ ਦੋਸਾਂਝ ਵਾਲੇ ਕੇਸ ਦੇ ਵਿੱਚ ਪੇਸ਼ ਹੋ ਕੇ ਤੇ ਪੇਸ਼ੀਆਂ ਭੁਗਤ। ਇਹਦਾ ਮਤਲਬ ਇਹ ਹੈ ਕਿ ਬੰਦਾ ਜੇ ਸਾਰੀ ਉਮਰ ਕੰਮ ਕਰੇ ਤੇ ਕਰਨ ਲੱਗਿਆਂ ਕੀਤੀ ਕਤਰੀ ਦੇ ਉੱਤੇ ਖੇਹ ਪਾ ਕੇ ਜਾਣ ਲੱਗੇ ਦਾ ਜਲੂਸ ਕੱਢ ਦਿਓ, ਉਹ ਅਸਲ ਵਿੱਚ ਉਹਦੇ ਵਾਸਤੇ ਨਹੀਂ। ਜਿਹੜੀ ਚੀਨੀਆਂ ਦੀ ਕਹਾਵਤ ਹੈ ਕਿ ਬੱਕਰੇ ਨੂੰ ਡਰਾਉਣ ਵਾਸਤੇ ਚੂਚਾ ਮਾਰ ਦਿਓ, ਇੱਥੇ ਹੈ ਕਿ ਨੌਕਰੀ ਕਰਦਿਆਂ ਨੂੰ ਡਰਾਉਣ ਵਾਸਤੇ ਰਿਟਾਇਰ ਹੋਣ ਵਾਲੇ ਬੰਦੇ ਨੂੰ ਚਾਰਜਸ਼ੀਟ ਫੜਾ ਦਿਓ ਤਾਂ ਕਿ ਬਾਕੀ ਸਾਰੇ ਵੀ ਡਰਦੇ ਰਹਿਣ ਕੱਲ੍ਹ ਨੂੰ ਸਾਡੇ ਨਾਲ ਉਹ ਨਾ ਹੋ ਜੇ ਜਿਹੜੀ ਨਿਰੰਜਨ ਸਿੰਘ ਨਾਲ ਹੋਈ। ਜੀ ਬਹੁਤ ਗਲਤ ਹੋ ਰਿਹਾ ਵੈਸੇ ਜੋ ਲੱਗਦਾ ਪਿਆ, ਇਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਬੰਦੇ ਨੂੰ ਹੁਣ ਆਪਣੀ ਜ਼ਿੰਦਗੀ ਦਾ ਦੂਜਾ ਪੜਾਅ ਸ਼ੁਰੂ ਕਰਨਾ ਰਿਟਾਇਰਮੈਂਟ ਤੋਂ ਬਾਅਦ। ਚਲੋ ਅਗਲੀ ਖਬਰ ਵੱਲ ਚੱਲਦੇ ਹਾਂ। ਪਨੂ ਸਾਹਿਬ, ਪੰਜਾਬ ਵਿੱਚ ਕਰੋਨਾ ਵਾਇਰਸ ਦਾ ਕਹਿਰ ਤਾਂ ਹੈ ਹੀ ਆ, ਨਾਲ ਬਲੈਕ ਫੰਗਸ ਵੀ ਬਹੁਤ ਤੇਜ਼ੀ ਨਾਲ ਫੈਲ ਰਿਹਾ। ਇਹ ਬਹੁਤ ਤੇਜ਼ੀ ਨਾਲ ਫੈਲ ਰਿਹਾ ਔਰ ਜਿੱਦਾਂ ਪਹਿਲਾਂ ਕਰੋਨਾ ਵਾਇਰਸ ਦੇ ਕੇਸਾਂ ਨੂੰ ਤੇ ਮੌਤਾਂ ਨੂੰ ਲੁਕਾਇਆ ਗਿਆ, ਗੁਜਰਾਤ ਵਿੱਚ ਵੀ, ਉੱਤਰ ਪ੍ਰਦੇਸ਼ 'ਚ ਵੀ, ਮੱਧ ਪ੍ਰਦੇਸ਼ ਵਿੱਚ ਵੀ, ਰਾਜਸਥਾਨ ਦੇ ਵਿੱਚ ਵੀ, ਬਿਹਾਰ ਦੇ ਵਿੱਚ ਵੀ ਤੇ ਪੰਜਾਬ ਵਿੱਚ ਵੀ ਜੀ, ਉਸੇ ਤਰ੍ਹਾਂ ਹੁਣ ਬਲੈਕ ਫੰਗਸ ਦੇ ਕੇਸ ਲੁਕਾਏ ਜਾ ਰਹੇ। ਕੇਸ ਵੱਧ ਨੇ, ਦੱਸੇ ਘਟ ਜਾ ਰਹੇ। ਭਾਰਤ ਸਰਕਾਰ ਕੋਲ ਉਨੀ ਦਵਾਈ ਨਹੀਂ। ਪਹਿਲਾਂ ਜਦੋਂ ਇਹਨਾਂ ਕੋਲ ਵਿਹਲਾ ਟਾਈਮ ਸੀ, ਨਵੰਬਰ ਦਸੰਬਰ 'ਚ ਇਹਨਾਂ ਨੇ ਆਕਸੀਜਨ ਦਾ ਪ੍ਰਬੰਧ ਕੀਤਾ ਨਹੀਂ। ਜਦੋਂ ਆਕਸੀਜਨ ਕੋਲੋਂ ਬੰਦੇ ਮਰਨੇ ਸ਼ੁਰੂ ਹੋ ਗਏ, ਕਿਤੇ 10 ਕਿਤੇ 15 ਕਿਤੇ 20, ਫਿਰ ਆਕਸੀਜਨ ਬਣਾਉਣ ਲੱਗ ਪਏ। ਆਕਸੀਜਨ ਹੁਣ ਰੋਜ਼ ਇਹੋ ਖਬਰਾਂ ਆਉਂਦੀਆਂ, ਫਲਾਣੇ ਥਾਂ ਆਕਸੀਜਨ ਪਲਾਂਟ ਲੱਗ ਗਿਆ, ਫਲਾਣੇ ਥਾਂ ਲੱਗ ਗਿਆ, ਫਲਾਣੇ। ਹੁਣ ਇਹਨਾਂ ਨਿਰੀ ਆਕਸੀਜਨ ਹੀ ਪੰਜਾਬ 'ਚ ਭਰ ਦੇਣੀ ਆ, ਬਾਕੀ ਕਿਸੇ ਦਵਾਈ ਦੀ ਚਿੰਤਾ ਨਹੀਂ। ਹੁਣ ਬਲੈਕ ਫੰਗਸ ਹੈ, ਇਹਦੀ ਦਵਾਈ ਇਹ ਉਦੋਂ ਬਣਾਉਣਗੇ, ਉਦੋਂ ਪਲਾਂਟ 2 ਲਾ ਕੇ ਤੇ ਵਾਧੂ ਦਵਾਈ ਪੈਦਾ ਕਰਨਗੇ
ਜਦੋਂ ਬਲੈਕ ਫੰਗਸ ਤੋਂ ਅਗਲਾ ਵੇਰੀਐਂਟ ਕੋਈ ਅਗਲਾ ਮਿਊਟੈਂਟ ਆ ਗਿਆ ਤੇ ਲੋਕਾਂ ਦੀ ਸੰਘੀ ਘੁੱਟਣ ਲੱਗ ਪਿਆ ਜੀ। ਇਸ ਵੇਲੇ ਦਵਾਈ ਘੱਟ ਹੈ ਤੇ ਵਿਦੇਸ਼ਾਂ ਤੋਂ ਮੰਗਾ ਲਓ, ਜਿੱਥੇ ਹੈਗੀ ਲਿਆਓ। ਲੋਕੀ ਜਾ ਕੇ ਅਫਸਰਾਂ ਨਾਲ ਲੜਦੇ ਆ। ਅਫਸਰ ਕਹਿੰਦੇ ਜੀ ਉੱਤੋਂ ਦਵਾਈ ਜਿੰਨੀ ਆਈ ਸੀ ਅਸੀਂ ਹਸਪਤਾਲਾਂ ਨੂੰ ਦੇ ਦਿੱਤੀ। ਹਸਪਤਾਲਾਂ ਵਿੱਚੋਂ ਬਲੈਕ ਹੁੰਦੀ ਹੈ ਕਿ ਕੀ ਹੁੰਦਾ ਕਿਸੇ ਨੂੰ ਕੋਈ ਪਤਾ ਨਹੀਂ, ਹਸਪਤਾਲਾਂ 'ਚ ਮਿਲਦੀ ਨਹੀਂ। ਮੈਨੂੰ ਪਤਾ ਸਾਡੇ ਕੋਲ ਵੀ ਆ ਕੇ ਲੋਕ ਰੋਏ ਆ। ਕੁਝ ਮਾਮਲਿਆਂ 'ਚ ਅਸੀਂ ਅਫਸਰਾਂ ਨੂੰ ਰਿਕੁਐਸਟ ਕੀਤੀ, ਉਹਨਾਂ ਆਖਿਆ ਜੀ ਸਾਡੇ ਕੋਲ ਇੱਕ ਅੱਧੀ ਪਈ ਹੈ ਗੋਲੀ, ਅਸੀਂ ਦੇ ਦਿੰਦੇ ਹਾਂ, ਇਹ ਤੋਂ ਵੱਧ ਕੁਝ ਨਹੀਂ ਕਰ ਸਕਦੇ, ਸਾਡੇ ਵੀ ਵਾਸਤਾ ਨਹੀਂ, ਅਸੀਂ ਕਿੱਥੋਂ ਲਿਆ ਦਈਏ। ਉਹਦੇ 'ਚ ਪੰਜਾਬ ਸਰਕਾਰ ਹੋਵੇ ਜਾਂ ਕਿਸੇ ਹੋਰ ਸੂਬੇ ਦੀ ਹੋਵੇ, ਇਹਨਾਂ ਸਾਰਿਆਂ ਨੂੰ ਕੇਂਦਰ ਨਾਲ ਲੜਨਾ ਚਾਹੀਦਾ ਤੇ ਜੋ ਵੀ ਹੋਵੇ ਜਿਹੜੇ ਮਰਦੇ ਪਏ ਲੋਕ ਆ ਉਹਨਾਂ ਵਾਸਤੇ ਪ੍ਰਬੰਧ ਫੌਰੀ ਤੌਰ ਤੇ ਕਰਨਾ ਚਾਹੀਦਾ। ਜੀ, ਬੰਗਾਲ ਦੀ ਚਰਚਾ ਵੀ ਕਰ ਹੀ ਲੈਂਦੇ ਆ। ਮਮਤਾ ਬਨਰਜੀ ਤੇ ਕੇਂਦਰ ਸਰਕਾਰ ਵਿੱਚ ਜੋ ਕੁਝ ਚੱਲ ਰਿਹਾ ਅਜੇ ਤੱਕ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਦੀ ਕਿਸੇ ਦੀ ਬਦਲੀ ਕਰ ਦਿੱਤੀ ਜਾਂਦੀ ਹੈ, ਉਹ ਕਹਿੰਦੇ ਅਸੀਂ ਚਿੱਠੀ ਭੇਜਤੀ ਆ, ਬੰਦਾ ਹਾਜ਼ਰ ਕਰੋ। ਇਹ ਕਹਾਣੀ ਕਿੱਧਰ ਨੂੰ ਜਾ ਰਹੀ ਆ? ਟਕਰਾਅ ਤਾਂ ਨਰਿੰਦਰ ਮੋਦੀ ਤੇ ਮਮਤਾ ਬੈਨਰਜੀ ਦਾ। ਜੀ। ਇਸ ਟਕਰਾਅ ਦੇ ਵਿੱਚ ਆਈ ਅਫਸਰ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ। ਉਹ ਚੀਫ ਸੈਕਟਰੀ ਸੀ, ਉਹਨੂੰ ਆਖਿਆ ਦਿੱਲੀ ਆ ਕੇ ਪੇਸ਼ ਹੋ, ਉਹ ਕਹਿੰਦੀ ਜੀ ਮੈਂ ਨਹੀਂ ਇਹਨੂੰ ਭੇਜਦੀ। ਇਹਨਾਂ ਨੇ ਉਹਨੂੰ ਸਮਨ ਕੱਢ ਦਿੱਤਾ, ਤੂੰ ਆ ਕੇ ਪੇਸ਼ ਹੋ। ਉਹਨੇ ਚੀਫ ਸੈਕਟਰੀ ਨੇ ਰਿਜ਼ਾਈਨ ਕਰਤਾ ਜੀ ਮੈਂ ਨੌਕਰੀ ਛੱਡੀ। ਜਦੋਂ ਉਹਨੇ ਨੌਕਰੀ ਛੱਡ ਦਿੱਤੀ, ਇਹਨੇ ਉਹਨੂੰ ਆਪਣਾ ਐਡਵਾਈਜ਼ਰ ਬਣਾ ਲਿਆ। ਕਹਿੰਦੇ ਨੌਕਰੀ ਵੀ ਭਾਵੇਂ ਤੂੰ ਛੱਡ ਦਿੱਤੀ ਤਾਂ ਵੀ ਆ ਕੇ ਪੇਸ਼ ਹੋਣੇ ਤੇ ਤੇਰੇ ਤੇ ਕੇਸ ਬਣੂਗਾ। ਅਸਲ ਗੱਲ ਇਹ ਆ ਕਿ ਨਰਿੰਦਰ ਮੋਦੀ ਸਰਕਾਰ ਕੇਂਦਰ ਵਿੱਚ ਬੈਠੀ ਅੱਡ-ਅੱਡ ਸੂਬਿਆਂ 'ਚ ਅਫਸਰਾਂ ਨੂੰ ਆਪੋ ਆਪਣੀਆਂ ਸੂਬਾਈ ਸਰਕਾਰਾਂ ਦੇ ਖਿਲਾਫ ਬਗਾਵਤ ਕਰਨ ਲਈ ਉਕਸਾਉਂਦੀ ਜਾਪਦੀ ਹੈ। ਜੀ। ਜੇ ਮੁੰਬਈ ਦਾ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਹੋਵੇ, ਉਹ ਜਦੋਂ ਸਟੇਟ ਗਵਰਨਮੈਂਟ ਨਾਲ ਉੱਥੋਂ ਦੇ ਹੋਮ ਸੈਕਟਰੀ ਨਾਲ ਦੂਸਰਿਆਂ ਨਾਲ ਰਿੜਕਾ ਪਾਉਂਦਾ, ਉਹਨੂੰ ਫੱਟ ਉੱਪਰੋਂ ਸਿਕਿਉਰਿਟੀ ਵੀ ਦੇ ਦਿੱਤੀ ਜਾਂਦੀ, ਉਹਦੇ ਪਿੱਠ ਦੇ ਉੱਤੇ ਸਾਰੇ ਭਾਜਪਾ ਵਾਲੇ ਟਰਟਰ ਬੋਲਣਾ ਪੈਂਦੇ ਨੇ। ਜੀ। ਬਾਕੀ ਸੂਬਿਆਂ 'ਚ ਵੀ ਇਸੇ ਤਰ੍ਹਾਂ। ਕੀ ਨਰਿੰਦਰ ਮੋਦੀ ਸਾਹਿਬ ਦੱਸਣਗੇ ਕਿ ਉਹਨਾਂ ਦੇ ਰਾਜ ਵਿੱਚ ਕਿੰਨੇ ਕੁ ਅਫਸਰ ਸੀ ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਸੱਦਿਆ ਤੇ ਤੁਸੀਂ ਪਰਵਾਹ ਨਹੀਂ ਕੀਤੀ? 36 ਕਿਸਮ ਦੇ ਇਹੋ ਜਿਹੇ ਹੋਰ ਕੇਸ ਹੋ ਸਕਦੇ ਆ। ਪਰ ਇਹ ਚੀਫ ਸੈਕਟਰੀ ਨੇ ਜਦੋਂ ਨੌਕਰੀ ਛੱਡ ਦਿੱਤੀ, ਰਿਜ਼ਾਈਨ ਨਹੀਂ ਕਰਤਾ, ਕਹਿੰਦਾ ਮੈਂ ਨੌਕਰੀ ਨਹੀਂ ਕਰਦਾ, ਨਾ ਸੂਬਾ ਸਰਕਾਰ ਦੀ ਨਾ ਕੇਂਦਰ ਸਰਕਾਰ ਦੀ। ਹੁਣ ਮਮਤਾ ਬੈਨਰਜੀ ਨੇ ਉਹਨੂੰ ਐਡਵਾਈਜ਼ਰ ਬਣਾ ਲਿਆ। ਐਡਵਾਈਜ਼ਰ ਬਣਨ ਤੋਂ ਬਾਅਦ ਸਰਕਾਰ ਦੀ ਨੌਕਰੀ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਛੱਡ ਗਿਆ। ਜੀ। ਉਹਦੇ ਤੋਂ ਬਾਅਦ ਇਹਨੂੰ ਕਿਸੇ ਨੇ ਸੱਦ ਕੇ ਆਖਿਆ ਕਿ ਪਹਿਲਾਂ ਲਿਆ ਕੇ ਫਾਈਲਾਂ ਇੱਥੇ ਪੇਸ਼ ਕਰਕੇ ਜਾ। ਉਹਨੇ ਆਖਿਆ ਜੋ ਕੁਝ ਹੈਗਾ ਸੀ ਉੱਥੇ ਪਿਆ, ਮੈਂ ਛੱਡਿਆ, ਆਹ ਰਿਕਾਰਡ ਆਹ ਚਾਰਜ ਹੈ, ਮੈਂ ਨੌਕਰੀ ਛੱਡ ਦਿੱਤੀ। ਇਹਦੇ ਤੋਂ ਪਹਿਲਾਂ ਸਾਡੇ ਕੋਲ ਹੈਗਾ ਕਿ ਕਈਆਂ ਲੋਕਾਂ ਨੇ ਖੜੇ ਪੈਰ ਨੌਕਰੀ ਛੱਡੀ ਤੇ ਅੱਧੇ ਘੰਟੇ ਬਾਅਦ ਜਾ ਕੇ ਪਾਰਲੀਮੈਂਟ ਦੇ ਜਾਂ ਵਿਧਾਨ ਸਭਾ ਦੇ ਉਮੀਦਵਾਰ ਦੇ ਤੌਰ ਤੇ ਕਾਗਜ਼ ਭਰਤੇ, ਉਹਨਾਂ ਦੇ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਹੋਈ। ਜੀ। ਇਹਨਾਂ ਦੇ ਵਕਤ ਵੀ ਹੈ ਇੱਕ ਬੰਦਾ ਨਰਿੰਦਰ ਮੋਦੀ ਸਰਕਾਰ ਦੇ ਵਿੱਚ ਪਿਛਲੀ ਸਰਕਾਰ 'ਚ ਕੇਂਦਰੀ ਮੰਤਰੀ ਹੁੰਦਾ ਸੀ, ਸਤਪਾਲ। ਉਹ ਇਹਦੇ ਤੋਂ ਪਹਿਲਾਂ ਮੁੰਬਈ ਦਾ ਪੁਲਿਸ ਕਮਿਸ਼ਨਰ ਸੀ। ਪੁਲਿਸ ਕਮਿਸ਼ਨਰ ਦੇ ਤੌਰ ਤੇ ਉਹਨੇ ਅਸਤੀਫਾ ਦਿੱਤਾ। ਅਸਤੀਫਾ ਦੇ ਕੇ ਸਿੱਧਾ ਕਾਗਜ਼ ਭਰਨ ਚਲਾ ਗਿਆ। ਜਦੋਂ ਉਹ ਜਾ ਰਿਹਾ ਸੀ ਗੱਡੀ 'ਚ ਤੇ ਉਹਨੇ ਇੰਟਰਵਿਊ ਦਿੱਤੀ ਕਿ ਮੈਂ ਹੁਣ ਪੁਲਿਸ ਕਮਿਸ਼ਨਰ ਨਹੀਂ, ਮੈਂ ਹੁਣ ਬੀਜੇਪੀ ਦਾ ਲੀਡਰ, ਮੈਂ ਉਹ 'ਚ ਸ਼ਾਮਲ ਹੋ ਗਿਆ। ਵਰਦੀ ਉਹਨੇ ਉਦੋਂ ਵੀ ਪਾਈ ਸੀ। ਇੱਦਾਂ ਦੀਆਂ ਕਈ ਵਾਰੀ ਗੱਲਾਂ ਹੋਈਆਂ। ਕਿਸੇ ਨੇ ਪੁੱਛਿਆ ਕਿਆ ਹੁਣ ਤੋਂ ਅਸਤੀਫਾ ਦਿੱਤਾ, ਹੁਣੇ ਜਾ ਕੇ ਤੂੰ ਉਮੀਦਵਾਰ ਵੀ ਬਣ ਗਿਆ? ਸਵਾਲ ਇਹ ਆ ਕਿ ਜਿਹੜਾ ਬੰਦਾ ਇੱਦਾਂ ਕਰਦਾ, ਅਫਸਰ ਕੋਈ ਵੀ ਹੋਵੇ ABCD, ਉਹ ਭਾਜਪਾ ਦੇ ਨਾਲ ਆ ਕਿ ਭਾਜਪਾ ਦੇ ਵਿਰੋਧ 'ਚ ਇਹ ਕੰਮ ਕਰ ਰਿਹਾ? ਜੀ। ਜੇ ਉਹ ਭਾਜਪਾ ਦੇ ਨਾਲ ਆ ਤੇ ਉਹਦੇ ਸੱਤੇ ਖਰਾ ਜੋ ਮਰਜ਼ੀ ਆ ਜਿੰਨੇ ਵੀ ਹੁਣ ਟੱਕੇ ਜਾਣਗੇ। ਪਰ ਜੇ ਭਾਜਪਾ ਵਿਰੋਧੀ ਧਿਰ ਨਾਲ ਆ ਫਿਰ ਉਹਨੂੰ ਸੁੱਕਾ ਨਹੀਂ ਜਾਣ ਦੇਣਾ, ਉਹਦੇ ਸੰਗੀ 'ਚ ਕੋਈ ਨਾ ਕੋਈ ਰੱਸਾ ਜ਼ਰੂਰ ਪਾਉਣਾ। ਇਹਦੇ ਨਾਲ ਅਫਸਰਾਂ ਨੂੰ ਡਰਾਇਆ ਜਾ ਰਿਹਾ ਕਿ ਸੂਬਾ ਸਰਕਾਰਾਂ ਦੀ ਨਾ ਮੰਨਣ, ਦਿੱਲੀ ਵੱਲ ਵੇਖਿਆ ਕਰਨ। ਇਹ ਗਲਤ ਟ੍ਰੈਂਡ ਚੱਲ ਰਿਹਾ। ਪੰਨ ਸਾਹਿਬ, ਵੈਸੇ ਬੰਗਾਲ ਦੀਆਂ ਫਾਈਲਾਂ ਦਾ ਤਾਂ ਪਤਾ ਨਹੀਂ, ਪਰ ਪੰਜਾਬ ਵਾਲੀ ਇਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਵਾਲੀ ਛੇੜ ਨਹੀਂ ਕਹਿਣਾ, ਬੰਦਾ ਛੇੜਤਾ ਤੇ ਔਖਾ ਹੋ ਜਾਏਗਾ। ਚਲੋ ਵੇਖੋ ਕੀ ਬਣਦਾ। ਬਹੁਤ ਬਹੁਤ ਧੰਨਵਾਦ ਖਬਰਾਂ ਤੇ ਚਰਚਾ ਕਰਨ ਲਈ। ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।